ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ ਆਨਲਾਈਨ ਸਟੱਡੀ ਤੇ YouTube ਚੈਨਲ ਤੇ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀਆਂ ਕਹਾਣੀਆਂ ਪੂਰੇ ਧਿਆਨ ਨਾਲ ਸੁਣ ਰਹੇ ਹੋਵੋਗੇ ਤੇ ਉਹਨਾਂ ਨੂੰ ਸਮਝ ਕੇ ਆਪਣਾ ਆਨਲਾਈਨ ਸਟੱਡੀ ਦਾ ਕੰਮ ਪੂਰੇ ਧਿਆਨ ਨਾਲ ਕਰ ਰਹੇ ਹੋਵੋਗੇ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ 10ਵੀਂ ਸ਼੍ਰੇਣੀ ਦੀ ਵੰਨਗੀ ਪਾਠ ਪੁਸਤਕ ਵਿੱਚੋਂ ਕਹਾਣੀ ਨੰਬਰ 4 ਬੰਮ ਬਹਾਦਰ ਪੜ੍ਹ ਰਹੇ ਸਾਂ, ਜੋ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੁਆਰਾ ਲਿਖੀ ਹੋਈ ਹੈ। ਅਸੀਂ ਹੁਣ ਤੱਕ ਇਸ ਕਹਾਣੀ ਦੇ 2 ਭਾਗ ਪੜ੍ਹ ਚੁੱਕੇ ਹਾਂ ਤੇ ਅੱਜ ਅਸੀਂ ਇਸ ਦਾ ਅਖੀਰਲਾ ਭਾਗ ਪੜ੍ਹਨ ਜਾ ਰਹੇ ਹਾਂ ਤੇ ਕਹਾਣੀ ਨੂੰ ਸਮਾਪਤ ਕਰਨ ਜਾ ਰਹੇ ਹਾਂ। ਹੁਣ ਤੱਕ ਅਸੀਂ ਕਹਾਣੀ ਵਿੱਚ ਪੜ੍ਹਿਆ ਸੀ ਕਿ ਮਹਾਰਾਜ ਦੇ ਬਹੁਤ ਸਾਰੇ ਹਾਥੀਆਂ ਵਿੱਚੋਂ ਬੰਮ ਬਹਾਦਰ ਉਸ ਦਾ ਸਭ ਤੋਂ ਪਿਆਰਾ ਹਾਥੀ ਸੀ, ਪਰ ਮਾਤਾ ਦੀਨ ਉਸ ਦੇ ਰਾਤਬ ਹਾਥੀ ਦਾ ਖਾਣਾ ਵਿੱਚੋਂ ਚੋਰੀ ਕਰਦਾ ਹੈ, ਜਿਸ ਕਾਰਨ ਉਹ ਹਾਥੀ ਖਾਨੇ ਵਿੱਚ ਖਰੂੰਦ ਮਚਾਉਂਦਾ ਹੈ। ਪਰ ਜਦ ਮਹਾਰਾਜ ਆਪਣੀ ਨਵ ਵਿਆਹੀ ਮਹਾਰਾਣੀ ਨਾਲ ਬੰਮ ਨੂੰ ਮਿਲਾਉਂਦਾ ਹੈ ਤਾਂ ਬੰਮ ਬਹੁਤ ਖੁਸ਼ ਹੁੰਦਾ ਹੈ ਤੇ ਕਿਵੇਂ ਮਹਾਰਾਣੀ ਜਦ ਬੰਮ ਨੂੰ ਮਿਲਣ ਜਾਂਦੀ ਹੈ ਉਸ ਲਈ ਖਾਣ ਲਈ ਕੁਝ ਬਣਾ ਕੇ ਲੈ ਜਾਂਦੀ, ਜਿਸ ਕਾਰਨ ਮਾਤਾ ਦੀਨ ਫਿਰ ਉਸ ਦੇ ਖਾਣੇ ਵਿੱਚ ਚੋਰੀ ਕਰਦਾ, ਜਿਸ ਕਾਰਨ ਬੰਮ ਨਾਰਾਜ਼ ਰਹਿੰਦਾ। ਹੁਣ ਅਸੀਂ ਪੰਨਾ ਨੰਬਰ 36 ਤੇ ਪੜ੍ਹਨ ਜਾ ਰਹੇ ਹਾਂ। ਮਹਾਰਾਜ ਦੇ ਸ਼ਿਕਾਰ ਜਾਣ ਦਾ ਐਲਾਨ ਹੋਇਆ। ਹਮੇਸ਼ਾ ਬੰਬ ਉੱਤੇ ਚੜ੍ਹ ਕੇ ਹੀ ਉਹ ਸ਼ੇਰਾਂ ਦਾ ਸ਼ਿਕਾਰ ਕਰਦੇ ਸਨ। ਰੋਹ ਵਿੱਚ ਬੰਮ ਕੋਲੋਂ ਮਾਤਾ ਦੀਨ ਨੂੰ ਕੋਈ ਆਸ ਨਹੀਂ ਸੀ ਹੋ ਸਕਦੀ। ਉਸਨੇ ਬੰਬ ਨੂੰ 2 ਦਿਨਾਂ ਤੋਂ ਬਿਮਾਰ ਦੱਸਿਆ ਤੇ ਸ਼ਿਕਾਰ ਵਾਸਤੇ ਦੂਜਾ ਹਾਥੀ ਤਿਆਰ ਕਰ ਦਿੱਤਾ। ਹਾਥੀ ਖਾਨੇ ਦੇ ਨਾਲੋਂ ਹੀ ਮਹਾਰਾਜ ਦੀ ਸਵਾਰੀ ਲੰਘੀ। ਬੰਬ ਨੇ ਖੁੱਲ੍ਹੀਆਂ ਬਾਰੀਆਂ ਵਿੱਚੋਂ ਵੇਖਿਆ। ਵੇਖਦਿਆਂ ਹੀ ਉਹ ਇੱਕਦਮ ਦਹਾੜਿਆ, ਪਰ ਸ਼ਿਕਾਰੀ ਪਾਰਟੀ ਨੇ ਉਹਦੇ ਵੱਲ ਗੌਰ ਨਾ ਕੀਤਾ। ਬੰਬ ਖਾਮੋਸ਼ ਹੋ ਕੇ ਬੈਠ ਗਿਆ। ਸ਼ਿਕਾਰੀ ਪਾਰਟੀਆਂ ਨੂੰ ਤੱਕ ਕੇ ਮਾਤਾ ਦੀਨ ਆਪਣੇ ਬਾਰ ਵਿੱਚ ਕੰਮ ਕਰਨ ਲੱਗ ਪਿਆ। ਉਹਦੀ ਤਨਖਾਹ ਤਾਂ ਬਹੁਤੀ ਨਹੀਂ ਸੀ। ਚਿਰ ਤੋਂ ਸਾਰੇ ਆਂਦੇ ਸਨ ਉਹਦਾ ਹੱਥ ਸੁਖਾਲਾ ਹੋ ਗਿਆ ਸੀ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਅਸੀਂ ਇਨਸਾਨ ਇਹ ਨਹੀਂ ਬਰਦਾਸ਼ਤ ਕਰ ਸਕਦੇ ਕਿ ਸਾਡਾ ਸਥਾਨ ਜਾਂ ਪਿਆਰ ਮੁਹੱਬਤ ਜੋ ਸਾਨੂੰ ਆਪਣਿਆਂ ਤੋਂ ਮਿਲਦਾ ਹੈ ਉਹ ਕਿਸੇ ਹੋਰ ਨੂੰ ਮਿਲੇ, ਇਸੇ ਤਰ੍ਹਾਂ ਹੀ ਬੰਬ ਨਾਲ ਵੀ ਹੋਇਆ। ਜਦੋਂ ਮਾਤਾ ਦੀਨ ਨੇ ਆਪਣੀ ਈਰਖਾ ਕੱਢਣ ਲਈ ਸ਼ਿਕਾਰ ਜਾ ਰਹੇ ਮਹਾਰਾਜ ਤੋਂ, ਜੋ ਹਮੇਸ਼ਾ ਬੰਬ ਤੇ ਬੈਠ ਕੇ ਜਾਂਦੇ ਸਨ, ਹੋਰ ਕਿਸੇ ਹਾਥੀ ਨੂੰ ਭੇਜ ਦਿੱਤਾ, ਜਿਸ ਕਾਰਨ ਬੰਬ ਇਹ ਗੱਲ ਬਰਦਾਸ਼ਤ ਨਾ ਕਰ ਸਕਿਆ। ਸਾਰਾ ਦਿਨ ਬੰਬ ਵੀ ਸਕੂਲਦਾ ਰਿਹਾ। ਉਹਨੇ ਅੱਜ ਵੀ ਕੁਝ ਨਾ ਖਾਧਾ। ਲੌਡੇ ਪੈਰ ਉਹਦੀਆਂ ਹਰਕਤਾਂ ਵਿੱਚ ਚੱਲ ਜਿਹਾ ਵੇਖ ਕੇ ਮੁਲਾਜ਼ਮਾਂ ਨੇ ਮਾਤਾ ਦੀਨ ਨੂੰ ਖਬਰ ਦਿੱਤੀ। ਮਾਤਾ ਦੀਨ ਨੇ ਆਉਂਦਿਆਂ ਹੀ ਬੰਬ ਨੂੰ ਝਿੜਕਿਆ। ਬੰਬ ਨੇ ਉਹਦੇ ਵੱਲ ਨਾ ਤੱਕਿਆ ਤੇ ਮੂੰਹ ਪੁਆ ਕੇ ਖੜ ਗਿਆ, ਜਿਵੇਂ ਉਹ ਮੌਕਾ ਤਾੜ ਰਿਹਾ ਸੀ। ਕਿ ਬੰਬ ਨੂੰ ਆਪਣੇ ਨਾਲ ਵਿਤਕਰਾ ਹੁੰਦਾ ਵੇਖ ਕੇ ਉਸਨੇ ਹਾਥੀ ਖਾਨੇ ਵਿੱਚ ਕਿਵੇਂ ਖਰੂੰਦ ਮਚਾਉਣੀ ਸ਼ੁਰੂ ਕਰ ਦਿੱਤੀ ਤੇ ਜਿਸ ਦੀ ਖਬਰ ਮੁਲਾਜ਼ਮਾਂ ਨੇ ਮਾਤਾ ਦੀਨ ਨੂੰ ਦਿੱਤੀ। ਮਾਤਾ ਦੀਨ ਨੇ ਉਹਦੇ ਪੈਰਾਂ ਦੇ ਸੰਗਲ ਵੇਖੇ ਮਜ਼ਬੂਤ ਸਨ ਤਾਂ ਮਾਤਾ ਦੀਨ ਨੇ ਹੋਰ ਇੱਕ ਧਮਕੀ ਦਿੱਤੀ ਤੇ ਵੇਖਣਾ ਚਾਹਿਆ ਕਿ ਉਸਨੇ ਰਾਤਬ ਖਾਧਾ ਹੈ ਕਿ ਨਹੀਂ। ਉਸ ਵੇਲੇ ਬੰਬ ਦੀ ਸੁੰਡ ਬਿਜਲੀ ਦੇ ਲਿਸ਼ਕਾਰੇ ਵਾਂਗ ਝਟਕੀ
ਤੇ ਸੁੰਡ ਦੀ ਤੱਕ ਨਾਲ ਮਾਤਾ ਦੀ ਨੂੰ ਉਸਨੇ ਪੈਰਾਂ ਵਿੱਚ ਸੁੱਟ ਲਿਆ ਤੇ ਸੱਜਾ ਪੈਰ ਉਹਦੀ ਛਾਤੀ ਤੇ ਰੱਖ ਕੇ ਉਹਨੂੰ ਇਉਂ ਮਲ ਸੁੱਟਿਆ ਜਿਵੇਂ ਕੋਈ ਖਟਮਲ ਨੂੰ ਮਲ ਦਿੰਦਾ ਹੈ। ਕਿਤੋਂ ਮਦਦ ਪਹੁੰਚਣ ਦਾ ਸਮਾਂ ਨਹੀਂ ਸੀ। ਬੰਬ ਨੇ ਪੈਰਾਂ ਦਾ ਸੰਗਲ ਤੋੜ ਦਿੱਤਾ। ਮੁਲਾਜ਼ਮ ਘਬਰਾ ਕੇ ਹਾਥੀ ਖਾਨਾ ਛੱਡ ਗਏ। ਬੰਬ ਵੀ ਬਾਹਰ ਆਇਆ, ਸਿੱਧਾ ਮਾਤਾ ਦੀ ਦੇ ਬਾਗ ਵਿੱਚ ਜਾ ਵੜਿਆ। ਰਾਹ ਵਿੱਚ ਉਸ ਕਿਸੇ ਨੂੰ ਅਜਾ ਨਾ ਲਾਇਆ। ਬਾਗ ਦੇ ਸਾਰੇ ਬੂਟੇ ਪੁੱਟ ਸੁੱਟੇ, ਉੱਗਿਆ ਸਭ ਕੁਝ ਰੋਲ ਦਿੱਤਾ। ਮਾਤਾ ਦੀਨ ਦੇ ਬਾਲ ਬੱਚੇ ਘਰ ਖਾਲੀ ਕਰਕੇ ਨੱਠ ਗਏ ਤਾਂ ਬੰਬ ਨੇ ਉਹਨਾਂ ਦੀ ਕੋਠੜੀ ਢਾਹ ਕੇ ਖੋਲਾ ਬਣਾ ਦਿੱਤਾ। ਕਿ ਕਿਵੇਂ ਬੰਬ ਇਹ ਸਭ ਕੁਝ ਵੇਖ ਕੇ ਤਬਾਹੀ ਕਰਨ ਲੱਗਾ ਤੇ ਜਦ ਮਾਤਾ ਦੀ ਨੂੰ ਨੇ ਬੰਬ ਨੂੰ ਧਮਕੀ ਦਿੱਤੀ ਤਾਂ ਉਸਨੇ ਆਪਣੇ ਪੈਰਾਂ ਦੇ ਸੰਗਲ ਤੁੜਵਾ ਲਏ ਤੇ ਬੰਬ ਨੇ ਪੈਰਾਂ ਹੇਠ ਉਸ ਨੂੰ ਮਲ ਸੁੱਟਿਆ। ਸਾਰੇ ਉਸਦੀ ਇਹ ਹਰਕਤ ਵੇਖ ਕੇ ਹਾਥੀ ਖਾਨਾ ਛੱਡ ਕੇ ਭੱਜ ਗਏ ਤੇ ਬੰਬ ਨੇ ਸਾਰਾ ਗੁੱਸਾ ਮਾਤਾ ਦੀਨ ਤੇ ਘਰ ਤੇ ਕੱਢ ਦਿੱਤਾ। ਬੰਬ ਝੱਲਾ ਹੋ ਗਿਆ। ਖਬਰ ਮਹਾਰਾਣੀ ਕੋਲ ਪਹੁੰਚੀ। ਪੁਲਿਸ ਕਪਤਾਨ ਨੇ ਹਾਲ ਸੁਣਾ ਕੇ ਆਗਿਆ ਮੰਗੀ ਕਿ ਬੰਬ ਗੋਲੀ ਨਾਲ ਮਾਰ ਦਿੱਤਾ ਜਾਵੇ, ਨਹੀਂ ਤਾਂ ਉਹ ਕਈ ਜਾਨਾਂ ਦਾ ਨੁਕਸਾਨ ਕਰੇਗਾ। ਪਿਆਰੇ ਵਿਦਿਆਰਥੀਓ, ਜਦ ਇਹ ਖਬਰ ਮਹਾਰਾਣੀ ਤੱਕ ਪਹੁੰਚ ਗਈ ਤਾਂ ਕਪਤਾਨ ਨੇ ਮਹਾਰਾਣੀ ਕੋ ਇਹ ਆਗਿਆ ਮੰਗੀ ਕਿ ਜੋ ਬੰਬ ਹੈ ਹੁਣ ਪਾਗਲ ਹੋ ਗਿਆ ਹੈ ਤੇ ਉਸਨੂੰ ਗੋਲੀ ਮਾਰ ਦਿੱਤੀ ਜਾਵੇ। ਪਰ ਤੁਸੀਂ ਕਹਿੰਦੇ ਹੋ ਉਹਨੇ ਮਾਤਾ ਦੀਨ ਤੋਂ ਸਿਵਾ ਕਿਸੇ ਹੋਰ ਨੂੰ ਕੁਝ ਨਹੀਂ ਆਖਿਆ। ਮਹਾਰਾਣੀ ਸੋਚਣ ਦਾ ਵਕਤ ਲੈਣ ਲਈ ਪੁੱਛਿਆ ਕਿ ਜਦ ਮਹਾਰਾਣੀ ਨੂੰ ਇਹ ਪਤਾ ਲੱਗਾ ਕਿ ਬੰਬ ਨੇ ਸਿਰਫ ਮਾਤਾ ਦੀ ਨੂੰ ਹੀ ਨੁਕਸਾਨ ਪਹੁੰਚਾਇਆ ਹੈ, ਹੋਰ ਕਿਸੇ ਨੂੰ ਨਹੀਂ ਪਹੁੰਚਾਇਆ, ਤਾਂ ਉਹ ਸੋਚਣ ਲੱਗ ਪਈ। ਪਰ ਕਹਿੰਦੇ ਨੇ ਹੁਣ ਉਹ ਮਾਤਾ ਦੀ ਦੇ ਭਰਾ ਦੇ ਘਰ ਵੱਲ ਜਾ ਰਿਹਾ ਹੈ, ਉਹਨੂੰ ਵੀ ਉਸਨੇ ਛੱਡਣਾ ਬਿਲਕੁਲ ਨਹੀਂ। ਕਪਤਾਨ ਨੇ ਉੱਤਰ ਦਿੱਤਾ ਕਿ ਕਿਵੇਂ। ਕਪਤਾਨ ਨੇ ਮਹਾਰਾਣੀ ਨੂੰ ਇਹ ਗੱਲ ਦੱਸੀ ਕਿ ਹੁਣ ਉਹ ਮਾਤਾ ਦੀ ਦੇ ਭਰਾ ਵੱਲ ਜਾ ਰਿਹਾ ਹੈ ਤੇ ਮਹਾਰਾਣੀ ਨੇ ਪੁੱਛਿਆ ਇਹ ਉਹਦਾ ਭਰਾ ਕੀ ਕਰਦਾ ਹੈ। ਘੋੜਿਆਂ ਦੀ ਅਸਤਬਲ ਦਾ ਇੰਚਾਰਜ ਹੈ। ਇਹ ਵੀ ਜ਼ਰੂਰੀ ਮਾਤਾ ਦੀ ਜਿੱਦਾਂ ਹੀ ਚੋਰ ਹੋਵੇਗਾ। ਮਹਾਰਾਣੀ ਨੇ ਕਪਤਾਨ ਨਾਲ ਗੱਲ ਕਰਦਿਆਂ ਹੋਇਆ ਕਿਹਾ, ਬੰਬ ਨੂੰ ਮਾਰਨ ਦੀ ਲੋੜ ਨਹੀਂ, ਤੁਸੀਂ ਮੈਨੂੰ ਇੱਕਦਮ ਉਹਦੇ ਰਾਹ ਵਿੱਚ ਪਹੁੰਚਾ ਦਿਓ। ਮਹਾਰਾਣੀ ਨੇ ਅੰਦਰ ਜਾ ਕੇ ਉਹ ਸਾੜੀ ਬੰਨ੍ਹ ਲਈ ਜਿਹੜੀ ਉਹਨੇ ਬੰਬ ਨਾਲ ਪਿਛਲੀ ਮੁਲਾਕਾਤ ਤੇ ਬੱਧੀ ਹੋਈ ਸੀ। ਕਿ ਕਿਵੇਂ ਮਹਾਰਾਣੀ ਵੀ ਇਹ ਜਾਣਦੀ ਸੀ ਕਿ ਬੰਬ ਗੁੱਸੇ ਵਿੱਚ ਕਿਸੇ ਨੂੰ ਵੀ ਪਹਿਚਾਨ ਨਹੀਂ ਰਿਹਾ, ਪਰ ਉਸਨੇ ਉਸ ਨੂੰ ਕਾਬੂ ਕਰਨ ਲਈ ਇੱਕ ਤਰਕੀਬ ਸੋਚੀ ਕਿ ਉਸਨੇ ਉਹੀ ਸਾੜੀ ਬੰਨੀ ਜਿਹੜੀ ਉਸਨੇ ਪਿਛਲੀ ਮੁਲਾਕਾਤ ਤੇ ਬੰਨੀ ਸੀ। ਪਰ ਮਹਾਰਾਣੀ ਸਾਹਿਬ, ਇਹ ਤੁਹਾਡਾ ਬੜਾ ਖਤਰਨਾਕ ਕਦਮ ਹੈ। ਕਪਤਾਨ ਨੇ ਮਹਾਰਾਣੀ ਨੂੰ ਕਿਹਾ, ਨਹੀਂ ਨਹੀਂ, ਤੁਸੀਂ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਮੈਂ ਕਹਿੰਦੀ ਹਾਂ। ਮੋਟਰ ਤਿਆਰ ਕਰੋ ਤੇ ਜਿਹੜੀ ਇਹਤਿਆਤ ਤੁਸੀਂ ਲੋੜੀਂਦੀ ਸਮਝੋ ਉਹ ਤੁਸੀਂ ਖੁਦ ਕਰ ਲਵੋ। ਇੱਕਦਮ ਕਪਤਾਨ ਸਾਹਿਬ। ਅੱਗੇ ਅੱਗੇ ਮਹਾਰਾਣੀ ਦੀ ਮੋਟਰ, ਪਿੱਛੇ ਹਥਿਆਰਬੰਦ ਰਿਸਾਲਾ। ਦੂਰ ਸਾਰਿਆਂ ਬੰਬ ਦੌੜਿਆ ਆ ਰਿਹਾ ਸੀ। ਇੱਕ ਛੱਪੜ ਕੋਲ ਖਲੋ ਗਿਆ। ਉਸ ਸੁੰਡ ਵਿੱਚ ਕਿੰਨਾ ਸਾਰਾ ਪਾਣੀ ਭਰ ਲਿਆ। ਜਿਹੜਾ ਕੋਈ ਉਹਦੇ ਆਪਣੇ ਵੱਲ ਆਉਂਦਾ ਦਿਸੇ ਉਹਦੇ ਵੱਲ ਚਿੱਕੜ ਦੀ ਵਾਛੜ ਸੁੱਟ ਕੇ ਉਹਦਾ ਡਰਾ ਛੱਡਦਾ ਸੀ। ਹੋਰ ਕੁਝ ਨਹੀਂ ਸੀ ਆਂਦਾ ਤੇ ਆਪਣੇ ਰਾਹ ਦੌੜਿਆ ਜਾਂਦਾ ਸੀ। ਉਹਦੇ ਰਾਹ ਵਿੱਚ ਸਾਹਮਣੇ 400 ਗਜ ਦੀ ਵਿੱਥ ਉੱਤੇ ਮੋਟਰ ਖਲੋ ਗਈ। ਮਹਾਰਾਣੀ ਵਿੱਚੋਂ ਉਤਰੀ। ਕਪਤਾਨ ਨੇ ਮਹਾਰਾਣੀ ਨਾਲ ਜਾਣਾ ਚਾਹਿਆ। ਨਹੀਂ ਕਪਤਾਨ ਸਾਹਿਬ, ਤੁਸੀਂ ਆਪਣੇ ਦਸਤੇ ਨੂੰ ਤਿਆਰ ਰੱਖੋ। ਜੇ ਮੈਂ ਦੋਵੇਂ ਹੱਥ ਚੁੱਕ ਕੇ ਨਿਸ਼ਾਨ ਦਿਆਂ ਤਾਂ ਗੋਲੀ ਚਲਾਉਣ ਦੀ ਆਗਿਆ ਸਮਝਣਾ। ਇਸ ਤੋਂ ਪਹਿਲਾਂ ਕਿਸੇ ਸੂਰਤ ਵਿੱਚ ਫਾਇਰ ਨਾ ਕਰਨਾ। ਮੇਰਾ ਦਿਲ ਆਂਦਾ ਹੈ ਉਹ ਝੱਲਾ ਨਹੀਂ, ਉਹ ਮੈਨੂੰ ਪਛਾਣੇਗਾ। ਕਿ ਕਿਵੇਂ ਮਹਾਰਾਣੀ ਨੇ ਸਭ ਨੂੰ ਸਮਝਾ ਦਿੱਤਾ ਕਿ ਜਦ ਤੱਕ ਉਹ ਇਸ਼ਾਰਾ ਨਾ ਕਰੇ ਕਿਸੇ ਨੇ ਗੋਲੀ ਨਹੀਂ ਚਲਾਉਣੀ।
ਕਿਉਂਕਿ ਬੰਬ ਨੂੰ ਮਹਾਰਾਣੀ ਚੰਗੀ ਤਰ੍ਹਾਂ ਸਮਝਦੀ ਸੀ ਕਿ ਉਹ ਕੋਈ ਪਾਗਲ ਨਹੀਂ ਹੋਇਆ, ਜ਼ਰੂਰ ਉਸ ਨੂੰ ਕੋਈ ਦੁੱਖ ਹੈ। ਮੋਟਰ ਨੂੰ ਵੇਖ ਕੇ ਬੰਬ ਖੜੋ ਗਿਆ, ਪਰ ਤਨੀਆਂ ਬੰਦੂਕਾਂ ਵੇਖ ਕੇ ਉਸ ਹਮਲੇ ਦਾ ਇਰਾਦਾ ਕਰ ਲਿਆ ਤੇ ਉਹ ਮੋਟਰ ਦੀ ਸੇਧੇ ਦੌੜਿਆ। ਮਹਾਰਾਣੀ ਉਹਦੀ ਸੇਧ ਵਿੱਚ ਦੌੜ ਪਈ। ਕਪਤਾਨ ਨੇ ਘਬਰਾ ਕੇ ਸਿਪਾਹੀਆਂ ਨੂੰ ਬਿਲਕੁਲ ਤਿਆਰ ਰਹਿਣ ਲਈ ਆਖਿਆ। ਮਹਾਰਾਣੀ ਮੂੰਹ ਮੋੜ ਕੇ ਕੜਕੀ, ਹਰਗਿਜ਼ ਫਾਇਰ ਨਹੀਂ ਕਰਨਾ, ਮੇਰਾ ਇਸ਼ਾਰਾ ਉਡੀਕੋ। ਤੇ ਮਹਾਰਾਣੀ ਫਿਰ ਬੰਬ ਵੱਲ ਦੌੜ ਪਈ। 50 ਗਜ ਦੀ ਵਿੱਥ ਰਹਿ ਗਈ। ਕਪਤਾਨ ਤੇ ਸਿਪਾਹੀ ਵੀ ਅਗਾਂਹ ਵੱਲ ਦੌੜ ਪਏ, ਪਰ ਬੰਬ ਇੱਕਦਮ ਖਲੋ ਗਿਆ। ਮਹਾਰਾਣੀ ਨੂੰ ਖਲੋ ਕੇ ਸਿਪਾਹੀਆਂ ਨੂੰ ਪਿਛਾਂਹ ਹੀ ਰਹਿਣ ਦਾ ਹੁਕਮ ਦਿੱਤਾ। ਆਪ ਉਹ ਕਦਮ ਕਦਮ ਤੁਰਦੀ ਬੰਬ ਕੋਲ ਪਹੁੰਚੀ। ਬੰਬ ਨੇ ਚੇਤਨ ਹੋ ਕੇ ਸਲਾਮੀ ਦਿੱਤੀ। ਮਹਾਰਾਣੀ ਨੇ ਹੱਥ ਜੋੜੇ, ਪਰ ਬੰਬ ਨੇ ਹੱਥਾਂ ਨੂੰ ਛੂਹਿਆ ਨਾ, ਜੇਕਰ ਉਹ ਸਦਾ ਛੂਹਿਆ ਕਰਦਾ ਸੀ। ਪਿਆਰੇ ਵਿਦਿਆਰਥੀਓ, ਕੀ ਬੰਬ ਵੀ ਆਪਣੇਪਨ ਤੇ ਝੂਠੇਪਨ ਦੀ ਛੂਹ ਨੂੰ ਮਹਿਸੂਸ ਕਰ ਲੈਂਦਾ ਸੀ? ਕਿਉਂਕਿ ਮਹਾਰਾਣੀ ਵੀ ਮਹਿਸੂਸ ਕਰ ਰਹੀ ਸੀ ਕਿ ਬੰਬ ਨੂੰ ਛੂਹਣਾ ਚਾਹੁੰਦਾ ਹੈ ਉਸਨੂੰ, ਪਰ ਉਸਨੂੰ ਸਲਾਮੀ ਵੀ ਦੇਣਾ ਚਾਹੁੰਦਾ ਹੈ, ਪਰ ਉਹ ਇਸ ਤਰ੍ਹਾਂ ਅੱਜ ਨਹੀਂ ਕਰ ਰਿਹਾ ਸੀ। ਮੈਂ ਵੇਖਦੀ ਹਾਂ ਮੇਰੇ ਬੰਬ ਬਹਾਦਰ, ਤੇਰੀ ਸੁਣ ਅੱਜ ਸਾਫ਼ ਨਹੀਂ, ਬਿਨਾਂ ਛੂਹਿਆਂ ਤੇਰੀ ਛੂਹ ਮੈਨੂੰ ਪਹੁੰਚ ਗਈ, ਪਰ ਤੂੰ ਮੈਨੂੰ ਦੱਸ ਇਹ ਤੇਰਾ ਇਸ ਤਰ੍ਹਾਂ ਦਾ ਹਾਲ ਕਿਉਂ? ਮਹਾਰਾਣੀ ਨੇ ਬੰਬ ਨਾਲ ਗੱਲ ਕਰਦੇ ਵਕਤ ਇਹ ਕਿਹਾ। ਬੰਬ ਨੇ ਮਹਾਰਾਣੀ ਦੇ ਪੈਰਾਂ ਦੁਆਲੇ ਆਪਣੀ ਸੂੰਡ ਨਾਲ ਇੱਕ ਨਹੀਂ ਕਈ ਚੱਕਰ ਵਾਹੇ। ਜੇਕਰ ਉਹ ਇਹਨਾਂ ਚੱਕਰਾਂ ਵਿੱਚ ਆਪਣੇ ਏਡੇ ਵੱਡੇ ਦਿਲ ਦੀ ਵੇਦਨਾ ਖਿੱਚ ਕੇ ਦਿਲਾਂ ਦੀ ਮਹਿਰਮ ਰਾਣੀ ਨੂੰ ਦੱਸਣ ਦਾ ਯਤਨ ਕਰ ਰਿਹਾ ਸੀ। ਪਿਆਰੇ ਵਿਦਿਆਰਥੀਓ, ਅਸੀਂ ਵੀ ਜਾਣਦੇ ਹਾਂ ਕਿ ਜਾਨਵਰ ਇਨਸਾਨਾਂ ਵਾਂਗੂ ਬੋਲ ਨਹੀਂ ਸਕਦੇ, ਪਰ ਉਹ ਆਪਣੀਆਂ ਦਿਲ ਦੀਆਂ ਭਾਵਨਾਵਾਂ ਨੂੰ ਦੂਸਰਿਆਂ ਨੂੰ ਸਮਝਾਉਣ ਦੱਸਣ ਲਈ ਕੋਈ ਨਾ ਕੋਈ ਯਤਨ ਕਰਦੇ ਹਨ। ਇਸੇ ਤਰ੍ਹਾਂ ਹੀ ਬੰਬ ਨੇ ਵੀ ਮਹਾਰਾਣੀ ਦੇ ਆਲੇ ਦੁਆਲੇ ਚੱਕਰ ਲਾਏ, ਆਪਣੀ ਸੁੰਡ ਦੇ ਨਾਲ ਉਸ ਨੂੰ ਛੂਹ ਕੇ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਵੀ ਮਨ ਵਿੱਚ ਕੋਈ ਨਾ ਕੋਈ ਅੱਜ ਦੁੱਖ ਹੈ। ਉਹ ਬਹਾਦਰ ਬੰਬ, ਤੇਰੇ ਦਿਲ ਦਾ ਕੁਝ ਵੀ ਇਸ ਵੇਲੇ ਮੇਰੇ ਕੋਲ ਲੁਕਿਆ ਨਹੀਂ, ਤੂੰ ਝੱਲਾ ਨਹੀਂ, ਤੂੰ ਦੁਖੀ ਹੈ। ਨਫ਼ਰਤ ਦੇ ਸਾੜੇ ਨੇ ਤੇਰੀ ਸੋਹਣੀ ਆਤਮਾ ਨੂੰ ਤਾਪ ਚੜ੍ਹਾ ਦਿੱਤਾ ਹੈ। ਮੈਂ ਜਾਣਦੀ ਹਾਂ, ਨਫ਼ਰਤ ਨੂੰ ਵੀ ਜਾਣਦੀ ਹਾਂ, ਸਾੜੇ ਨੂੰ ਵੀ ਸਿਹਾਰਦੀ ਹਾਂ। ਬੰਬ ਨੇ ਇੱਕ ਚੱਕਰ ਹੋਰ ਉਹਦੇ ਪੈਰ ਦੁਆਲੇ ਖਿੱਚਿਆ। ਮਹਾਰਾਣੀ ਨੇ ਬੰਬ ਦੀਆਂ ਅੱਖਾਂ ਵਿੱਚ ਤੱਕਿਆ। ਉਹ ਜਾਪਿਆ ਉਹ ਰੋ ਰਿਹਾ ਸੀ। ਕਿ ਕਿਵੇਂ ਮਹਾਰਾਣੀ ਨੇ ਬੰਬ ਦੀ ਭਾਵਨਾਵਾਂ ਨੂੰ ਮਹਿਸੂਸ ਕੀਤਾ, ਜਿਵੇਂ ਉਸ ਨੂੰ ਇਹ ਮਹਿਸੂਸ ਹੋਇਆ ਕਿ ਬੰਬ ਰੋ ਰਿਹਾ ਹੈ। ਤੂੰ ਕਿੱਥੇ ਜਾ ਰਿਹਾ ਸੈ ਬੰਬ? ਮਾਤਾ ਦੀਨ ਦੇ ਭਰਾ ਦੇ ਘਰ? ਉਸ ਵੀ ਤੈਨੂੰ ਦੁਖਾਇਆ ਸੀ? ਬੰਬ ਨੇ ਸੱਜਾ ਪੈਰ ਚੁੱਕ ਕੇ ਧਰਤੀ ਤੇ ਮਾਰਿਆ। ਮਹਾਰਾਣੀ ਨੇ ਵੇਖਿਆ ਇਸ ਪੈਰ ਉੱਤੇ ਲਹੂ ਦੀਆਂ ਛਿੱਟਾਂ ਸਨ। ਕੋਈ ਗੱਲ ਨਹੀਂ ਬੰਬ ਬਹਾਦਰ, ਬਹਾਦਰ ਦਿਲਾਂ ਵਿੱਚ ਈਰਖਾ ਦਾ ਲਾਗ ਲਾਉਣ ਵਾਲੀ ਮੌਤ ਨਾਲ ਖੇਡਦੇ ਨੇ। ਹੁਣ ਮੈਂ ਵੇਖਾਂਗੀ ਤੈਨੂੰ ਕੋਈ ਨਹੀਂ ਦਿਖਾਏਗਾ। ਸਭ ਚੋਰ ਤੇ ਚੁਗਲੀਏ ਤੇਥੋਂ ਦੂਰ ਹਟਾਏ ਜਾਣਗੇ। ਤੇਰੀ ਸੁੱਚੀ ਹਮਾਨੀਅਤ ਨੂੰ ਚੋਰ ਇਨਸਾਨੀਅਤ ਦੀਆਂ ਸਾਜ਼ਿਸ਼ਾਂ ਤੋਂ ਬਚਾ ਕੇ ਰੱਖਾਂਗੇ। ਕਿ ਕਿਵੇਂ ਮਹਾਰਾਣੀ ਨੇ ਬੰਬ ਦਾ ਦਰਦ ਮਹਿਸੂਸ ਕਰ ਲਿਆ ਤੇ ਸਾਰੀ ਹੋਣੀ ਉਸਨੇ ਸਮਝ ਲਈ ਕਿ ਉਸਨੂੰ ਕਿਸੇ ਨੇ ਦੁੱਖ ਦਿੱਤਾ ਹੈ। ਤੂੰ ਕਿੱਥੇ ਜਾ ਰਿਹਾ ਸੀ ਪਿਆਰੇ ਬੰਬ? ਮਹਾਰਾਣੀ ਨੇ ਪੁੱਛਿਆ। ਪਿਆਰੇ ਵਿਦਿਆਰਥੀਓ, ਜੇਕਰ ਇਨਸਾਨ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਜਦੋਂ ਸੱਚੇ ਹੋਣ, ਠੀਕ ਹੋਣ ਦੇ ਬਾਵਜੂਦ ਵੀ ਉਹਨਾਂ ਨਾਲ ਗਲਤ ਹੋਵੇ, ਤਾਂ ਇਸ ਤਰ੍ਹਾਂ ਦੀ ਭਾਵਨਾ ਜਾਨਵਰਾਂ ਵਿੱਚ ਵੀ ਹੁੰਦੀ ਹੈ। ਜਦੋਂ ਠੀਕ ਹੋਣ, ਸੱਚੇ ਹੋਣ, ਤਾਂ ਉਹਨਾਂ ਨਾਲ ਵੀ ਗਲਤ ਹੋਵੇ ਤਾਂ ਕੋਈ ਜਾਨਵਰ ਵੀ ਇਨਸਾਨਾਂ ਵਾਂਗੂ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਬੰਬ ਅਹਿਲ ਖੜੋਤਾ ਸੀ। ਜੇ ਉਸ ਵੇਲੇ ਉਹਨੂੰ ਆਪਣੀ ਮੈਲੀ ਸੁਣ ਦਾ ਅਹਿਸਾਸ ਨਾ ਹੁੰਦਾ ਤਾਂ ਉਹਨੂੰ ਆਪਣੇ ਜਜ਼ਬੇ ਸਮਝਾ ਸਕਣ ਦੀ ਚੰਗੀ ਜਾਚ ਸੀ। ਉਹ ਮਹਾਰਾਣੀ ਨੂੰ ਚੁੱਕ ਕੇ ਆਪਣੇ ਸਿਰ ਤੇ ਬਿਠਾ ਲਿਆ ਕਰਦਾ ਸੀ।
ਹੁਣ ਜਦੋਂ ਮਹਾਰਾਣੀ ਚੁੱਪ ਕਰ ਜਾਂਦੀ ਤਾਂ ਉਹ ਉਹਦੇ ਪੈਰਾਂ ਦੁਆਲੇ ਸੁੰਡ ਨਾਲ ਇੱਕ ਚੱਕਰ ਵਾਹ ਦਿੰਦਾ ਤੇ ਇਸ ਤਰ੍ਹਾਂ ਉਹ ਆਪਣੀਆਂ ਭਾਵਨਾਵਾਂ ਮਹਾਰਾਣੀ ਨੂੰ ਦੱਸਦਾ। ਉਹ ਚੰਗੇ ਬੰਬ, ਤੇਰੇ ਉਸ ਦੁੱਖ ਨੂੰ ਮੈਂ ਸਮਝ ਸਕਦੀ ਹਾਂ, ਜਿਸ ਦੁੱਖ ਨੇ ਤੇਰੇ ਪਿਆਰ ਨੂੰ ਠੋਕ ਠੋਕ ਕੇ ਬੇਤਰਸ ਬਣਾ ਦਿੱਤਾ। ਪਰ ਬੰਬ, ਤੂੰ ਮਾਤਾ ਦੀਨ ਦੇ ਬੱਚਿਆਂ ਦਾ ਘਰ ਨਹੀਂ ਸੀ ਢਾਣਾ, ਉਹ ਘਰ ਹੁਣ ਤੈਨੂੰ ਬਣਾ ਕੇ ਦੇਣਾ ਪਵੇਗਾ। ਪਰ ਜਦੋਂ ਮਹਾਰਾਣੀ ਨੇ ਬੰਬ ਨੂੰ ਇਹ ਮਹਿਸੂਸ ਕਰਾਇਆ ਕਿ ਬੰਬ ਨੇ ਵੀ ਮਾਤਾ ਦੀਨ ਦੇ ਬੱਚਿਆਂ ਦਾ ਘਰ ਢਾਹ ਕੇ ਚੰਗਾ ਨਹੀਂ ਕੀਤਾ, ਤਾਂ ਮਹਾਰਾਣੀ ਨੇ ਬੰਬ ਨੂੰ ਕਿਹਾ ਕਿ ਉਸਨੇ ਵੀ ਗਲਤੀ ਕੀਤੀ ਹੈ। ਪਰ ਬੰਬ ਮਹਾਰਾਣੀ ਦੇ ਸਾਹਮਣੇ ਇਹ ਸਭ ਸੁਣ ਕੇ ਅਡੋਲ ਖੜਾ ਰਿਹਾ, ਕਿਉਂਕਿ ਗਲਤੀ ਸਿਰਫ ਮਾਤਾ ਦੀ ਨਹੀਂ ਕੀਤੀ ਸੀ, ਉਸਦੇ ਬੱਚਿਆਂ ਨੇ ਨਹੀਂ ਕੀਤੀ ਸੀ। ਇਹ ਗਲਤੀ ਦਾ ਅਹਿਸਾਸ ਮਹਾਰਾਣੀ ਨੇ ਬੰਬ ਬਹਾਦਰ ਨੂੰ ਵੀ ਦਿਵਾਇਆ। ਬੰਬ ਨੇ 2 ਹੋਰ ਚੱਕਰ ਮਹਾਰਾਣੀ ਦੇ ਪੈਰਾਂ ਦੁਆਲੇ ਖਿੱਚ ਦਿੱਤੇ। ਮੈਨੂੰ ਉਮੀਦ ਸੀ, ਪੂਰੀ ਉਮੀਦ ਸੀ, ਤੈਨੂੰ ਸੱਚਾ ਪਛਤਾਵਾ ਹੈ। ਤੂੰ ਬੱਚਿਆਂ ਦਾ ਘਰ ਢਾਹ ਕੇ ਖੁਸ਼ ਨਹੀਂ, ਤੂੰ ਘਰ ਬਣਾ ਕੇ ਮੈਨੂੰ ਖੁਸ਼ ਕਰੇਂਗਾ। ਉਹ ਇਸ ਤਰ੍ਹਾਂ ਕਿ ਉਹਦੀ ਕੋਠੜੀ ਮੈਂ ਤੇਰੇ ਵੱਲੋਂ ਆਪਣੇ ਖਰਚ 'ਤੇ ਹੁਣੇ ਬਣਾ ਦਿਆਂਗੀ, ਪਰ ਜਿੰਨਾ ਚਿਰ ਉਹਦੀ ਕੀਮਤ ਪੂਰੀ ਨਹੀਂ ਦਿੱਤੀ ਜਾਂਦੀ, ਤੈਨੂੰ ਅੱਧੇ ਰਾਤ ਉੱਤੇ ਰਹਿਣਾ ਪਵੇਗਾ। ਦੱਸ, ਤੈਨੂੰ ਮਨਜ਼ੂਰ ਹੈ? ਕਿ ਮਹਾਰਾਣੀ ਨੇ ਬੰਬ ਬਹਾਦਰ ਨੂੰ ਉਸਦੀ ਗਲਤੀ ਮਹਿਸੂਸ ਕਰਾਉਣ ਲਈ ਇਹ ਕਿਹਾ ਕਿ ਜਿੰਨਾ ਚਿਰ ਉਹਦੀ ਕੀਮਤ ਕੋਠੜੀ ਦੀ ਪੂਰੀ ਨਹੀਂ ਹੁੰਦੀ, ਤਾਂ ਉਸ ਨੂੰ ਵੀ ਬੰਬ ਬਹਾਦਰ ਨੂੰ ਵੀ ਅੱਧੇ ਰਾਤ ਉੱਤੇ ਹੀ ਰਹਿਣਾ ਪਵੇਗਾ। ਮਹਾਰਾਣੀ ਨੇ ਬੰਬ ਨੂੰ ਇਹ ਪੁੱਛਿਆ ਕਿ ਉਸ ਨੂੰ ਇਹ ਗੱਲ ਮਨਜ਼ੂਰ ਹੈ। ਪਤਾ ਨਹੀਂ ਉਹ ਮਹਾਰਾਣੀ ਦੀ ਗੱਲ ਸਮਝਦਾ ਸੀ। ਜੇਕਰ ਕਈਆਂ ਹਾਥੀਆਂ ਬਾਰੇ ਕਹਾਣੀਆਂ ਮਸ਼ਹੂਰ ਹਨ, ਜਾਂ ਇਹ ਮੋਟਾ ਜਿਹਾ ਅਹਿਸਾਸ ਉਹਦੇ ਦਿਲ ਵਿੱਚ ਸੀ ਕਿ ਮਹਾਰਾਣੀ ਉਹਦੀ ਮਿੱਤਰ ਹੈ, ਜੋ ਆਖੇਗੀ ਉਹਦੇ ਹਿੱਤ ਵਿੱਚ ਆਖੇਗੀ, ਜੇ ਸਜ਼ਾ ਵੀ ਦੇਵੇਗੀ ਤਾਂ ਵੀ ਹਿੱਤ ਵਿੱਚ ਹੀ ਦੇਵੇਗੀ। ਪਿਆਰੇ ਵਿਦਿਆਰਥੀਓ, ਜਿਵੇਂ ਅਸੀਂ ਵੀ ਜਾਣਦੇ ਹਾਂ ਕਿ ਜਾਨਵਰ ਇਨਸਾਨਾਂ ਦੇ ਸਭ ਤੋਂ ਵਫਾਦਾਰ ਤੇ ਚੰਗੇ ਮਿੱਤਰ ਹੁੰਦੇ ਹਨ, ਪਰ ਪਤਾ ਨਹੀਂ ਉਹ ਮਹਾਰਾਣੀ ਨੂੰ ਦੀ ਗੱਲ ਨੂੰ ਸਮਝਦਾ ਸੀ ਕਿ ਨਹੀਂ। ਪਰ ਉਸਨੇ ਇਹ ਮਹਿਸੂਸ ਕੀਤਾ ਕਿ ਮਹਾਰਾਣੀ ਜੋ ਵੀ ਕਹਿ ਰਹੀ ਹੈ, ਉਸਦੇ ਹਿੱਤ ਵਿੱਚ ਹੀ ਗੱਲ ਕਰ ਰਹੀ ਹੈ। ਚੱਕਰ ਖਿੱਚਣਾ ਹੀ ਉਹਦੀ ਕੋਮਲ ਬੋਲੀ ਸੀ। ਕਈ ਚੱਕਰ ਉਸ ਖਿੱਚ ਦਿੱਤੇ। ਬੇਸ਼ੱਕ ਬੰਬ ਬੋਲ ਨਹੀਂ ਸੀ ਸਕਦਾ, ਪਰ ਉਹ ਬਾਰ-ਬਾਰ ਆਪਣੀ ਸੁੰਡ ਨਾਲ ਚੱਕਰ ਖਿੱਚ ਕੇ ਮਹਾਰਾਣੀ ਨੂੰ ਇਹ ਮਹਿਸੂਸ ਕਰਾ ਰਿਹਾ ਸੀ ਕਿ ਉਹ ਉਸ ਦੀ ਗੱਲ ਨੂੰ ਸਮਝ ਰਿਹਾ ਹੈ। ਉਹ ਮੇਰੇ ਸੋਹਣੇ ਦਿਲ, ਮਹਾਰਾਣੀ ਨੇ ਵੇਖਿਆ ਕਿ ਸੁੰਡ ਦੁਆਲੇ ਚਿੱਕੜ ਸੁੱਕ ਗਿਆ ਸੀ। ਮਹਾਰਾਣੀ ਨੇ ਹੱਥ ਵਧਾ ਕੇ ਸੁੰਡ ਫੜ ਲਈ। ਅੱਗੋਂ ਬੰਬ ਆਪਣੀ ਸੁੰਡ ਨਾਲ ਮਹਾਰਾਣੀ ਨੂੰ ਆਪਣਾ ਪਿਆਰ ਦੱਸਦਾ ਸੀ। ਹੁਣ ਉਹਨੂੰ ਜਾਪਿਆ ਕਿ ਮਹਾਰਾਣੀ ਉਹਨੂੰ ਆਪਣਾ ਪਿਆਰ ਦੱਸ ਰਹੀ ਸੀ। ਉਹਦੇ ਵਿਸ਼ਾਲ ਸਰੀਰ ਵਿੱਚ ਕਿਤੇ ਕੋਈ ਹਿਲ-ਜੁਲ ਨਾ ਰਹੀ, ਜਿਵੇਂ ਕਿਤੇ ਅੱਧ ਸੁੱਤੇ ਨੂੰ ਅਤ ਮਿੱਠਾ ਸੁਪਨਾ ਆ ਰਿਹਾ ਸੀ, ਤੇ ਉਹ ਡਰਦਾ ਸੀ ਮਤੇ ਹਿੱਲਿਆ ਉਹ ਸੁਰਗ ਅਲੋਪ ਹੋ ਜਾਵੇਗਾ। ਕਿ ਜਦ ਉਸਨੇ ਆਪਣੀ ਗੰਦੀ ਸੁੰਡੀ ਤੋਂ ਚਿੱਕੜ ਸੁੱਕ ਚੁੱਕਾ ਸੀ, ਤਾਂ ਕਿਵੇਂ ਉਸਨੇ ਮਹਾਰਾਣੀ ਦੀ ਕੋਮਲਤਾ ਨੂੰ ਮਹਿਸੂਸ ਕੀਤਾ। ਅੱਗੇ ਅੱਗੇ ਮਹਾਰਾਣੀ ਤੇ ਪਿੱਛੇ ਪਿੱਛੇ ਬੰਬ ਤੇ ਉਹਦੇ ਪਿੱਛੇ ਪੁਲਿਸ ਤੇ ਰਿਸਾਲਾ। ਪ੍ਰੇਮ ਦਾ ਇਹ ਅਨੋਖਾ ਜਲੂਸ, ਜਿਸ ਵਿੱਚ ਫੁੱਲ ਤੀਰਾਂ ਦੀ ਥਾਂ ਬੰਦੂਕ ਸੰਗੀਨਾਂ ਖਿੱਚੀਆਂ ਹੋਈਆਂ ਸਨ, ਹਾਥੀਖਾਨੇ ਪਹੁੰਚਾ। ਦੂਜੇ ਦਿਨ ਹਾਥੀਖਾਨੇ ਦਾ ਸਾਰਾ ਪ੍ਰਬੰਧ ਬਦਲਿਆ ਹੋਇਆ ਸੀ। ਸਾਰੇ ਜਾਨਵਰਾਂ ਦਾ ਰਥ ਪੂਰਾ ਤੁਲਿਆ ਸਿਵਾਏ ਬੰਬ ਦੇ। ਜਾਨਵਰਾਂ ਦੇ ਮੁਲਾਜ਼ਮਾਂ ਵਿੱਚ ਨਵਾਂ ਰਿਸ਼ਤਾ ਪ੍ਰਤੱਖ ਸੀ। ਬੰਬ ਹਾਥੀਖਾਨੇ ਦਾ ਰਾਣਾ ਦਿਸਦਾ ਸੀ। ਨਵੇਂ ਮਹੰਤ ਦਾ ਦਿਲ ਦੁਖਦਾ ਸੀ ਜਦੋਂ ਉਹਨੂੰ ਉਹ ਅੱਧਾ ਰਾਤਬ ਦਿੰਦਾ ਸੀ। ਉਸ ਮਹਾਰਾਣੀ ਅੱਗੇ ਸਿਫਾਰਿਸ਼ ਕੀਤੀ,
ਮਹਾਰਾਣੀ ਦੇ ਰੁਝੇਵੇਂ ਵੀ ਵੱਧ ਜਾਣ ਕਰਕੇ ਉਹ ਹੁਣ ਮਸਾਂ ਇੱਕ ਦਿਨ ਹਫ਼ਤੇ ਵਿੱਚ ਹਾਥੀਖਾਨੇ ਆਉਂਦੀ ਸੀ। ਅਗਲੀ ਮੁਲਾਕਾਤ 'ਤੇ ਚੰਗੀ ਤਰ੍ਹਾਂ ਬੰਬ ਨੂੰ ਵੇਖ ਕੇ ਉਹਦੀ ਸੁੰਡ ਨੂੰ ਪ੍ਰਸ਼ੰਸਾ ਨਾਲ ਥਪਕ ਕੇ ਉਸਨੇ ਆਖਿਆ, ਪਰ ਮੇਰਾ ਬੰਬ ਅੱਧੇ ਰਾਤ ਉੱਤੇ ਵੀ ਅੱਗੇ ਨਾਲੋਂ ਖੁਸ਼ ਤੇ ਤਕੜਾ ਹੈ। ਇਹ ਆਪਣੇ ਕਸੂਰ ਦੀ ਕੀਮਤ ਦੇ ਕੇ ਹੀ ਆਪਣਾ ਜਿਉਣਾ ਸਫਲ ਸਮਝੇਗਾ। ਬੰਬ ਨੇ ਆਪਣੀ ਮਹਾਰਾਣੀ ਨੂੰ ਕਮਰ ਤੋਂ ਚੁੱਕ ਕੇ ਆਪਣੇ ਸਿਰ ਤੇ ਧਰ ਲਿਆ। ਸੰਗਲ ਖੋਲ ਦਿੱਤੇ ਗਏ ਤੇ ਹਾਥੀਖਾਨੇ ਦਾ ਰਾਣਾ ਮਹਿਲਾਂ ਦੀ ਰਾਣੀ ਨੂੰ ਆਪਣੀ ਸਲਤਨਤ ਦਾ ਚੱਕਰ ਲਵਾ ਰਿਹਾ ਸੀ। ਕੀ ਪਿਆਰੇ ਵਿਦਿਆਰਥੀਓ, ਕੀ ਸਭ ਕੁਝ ਹੁਣ ਕਿਵੇਂ ਹਾਥੀਖਾਨੇ ਵਿੱਚ ਠੀਕ ਹੋਣ ਤੇ ਬੰਬ ਬਹਾਦਰ ਹੁਣ ਅੱਧੇ ਰਾਤਬ ਤੇ ਵੀ ਖੁਸ਼ ਸੀ ਤੇ ਮਹਾਰਾਣੀ ਵੀ ਆਪਣੇ ਰੁਝੇਵਿਆਂ ਕਰਕੇ ਹੁਣ ਉਸਨੂੰ ਹਫ਼ਤੇ ਵਿੱਚ ਇੱਕ ਵਾਰ ਹੀ ਮਿਲਣ ਜਾਂਦੀ ਸੀ। ਤੇ ਪਰ ਜਦ ਮਿਲਣ ਜਾਂਦੀ ਸੀ ਤਾਂ ਬੰਬ ਬੜੇ ਪਿਆਰ ਨਾਲ ਉਸਨੂੰ ਕਮਰ ਤੋਂ ਚੁੱਕ ਕੇ ਪੂਰੇ ਮਹਿਲ ਦਾ ਚੱਕਰ ਲਵਾਉਂਦਾ ਸੀ। ਪਿਆਰੇ ਵਿਦਿਆਰਥੀਓ, ਜੋ ਅਸੀਂ ਅੱਜ ਕਹਾਣੀ ਬੰਬ ਬਹਾਦਰ ਕਹਾਣੀ ਪੜ੍ਹੀ, ਇਹ ਕਹਾਣੀ ਸਾਨੂੰ ਜਾਨਵਰਾਂ ਦੀਆਂ ਕੋਮਲ ਭਾਵਨਾਵਾਂ ਨੂੰ ਸਮਝਣ 'ਤੇ ਜ਼ੋਰ ਦਿੰਦੀ ਹੈ ਕਿ ਜਦੋਂ ਕਿਸੇ ਇਨਸਾਨ ਨਾਲ ਗਲਤ ਹੁੰਦਾ ਹੈ ਤਾਂ ਇਨਸਾਨ ਬਹੁਤ ਦੁਖੀ ਹੁੰਦਾ ਹੈ ਤੇ ਆਪਣੇ ਇਨਸਾਫ ਨੂੰ ਮੰਗਣਾ ਚਾਹੁੰਦਾ ਹੈ। ਇਸੇ ਤਰ੍ਹਾਂ ਹੀ ਕਹਾਣੀ ਵਿੱਚ ਵੀ ਬੰਬ ਬਹਾਦਰ ਹਾਥੀ ਨਾਲ ਜਦੋਂ ਗਲਤ ਹੁੰਦਾ ਹੈ ਤਾਂ ਉਹ ਵੀ ਆਪਣੇ ਹੱਕ ਵਾਸਤੇ, ਇਨਸਾਫ ਵਾਸਤੇ ਉਹ ਸਭ ਕੁਝ ਕਰਦਾ ਹੈ, ਜਿਸ ਤਰ੍ਹਾਂ ਇਨਸਾਨ ਆਪਣੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਨ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਇਸ ਨਾਲ ਸੰਬੰਧਿਤ ਤੁਹਾਨੂੰ ਕੁਝ ਪ੍ਰਸ਼ਨ ਦੇ ਰਹੇ ਹਾਂ, ਜਿਨ੍ਹਾਂ ਦਾ ਉੱਤਰ ਤੁਸੀਂ ਆਪਣੀ ਕਾਪੀ 'ਤੇ ਲਿਖਣਾ ਹੈ। ਪ੍ਰਸ਼ਨ ਨੰਬਰ 1, ਇਹ ਕਹਾਣੀ ਕਿਹਨਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦੀ ਹੈ? ਪ੍ਰਸ਼ਨ ਨੰਬਰ 2, ਬੰਬ ਬਹਾਦਰ ਨੇ ਕਿਸ ਨੂੰ ਪੈਰਾਂ ਹੇਠ ਮਸਲ ਸੁੱਟਿਆ? ਪ੍ਰਸ਼ਨ ਨੰਬਰ 3, ਕਿਸ ਨੇ ਕਿਹਾ ਕਿ ਬੰਬ ਨੂੰ ਗੋਲੀ ਮਾਰ ਦਿੱਤੀ ਜਾਵੇ? ਪ੍ਰਸ਼ਨ ਨੰਬਰ 4, ਬੰਬ ਨੇ ਮਾਤਾ ਦੀਨ ਦਾ ਕੀ ਢਾਹ ਦਿੱਤਾ? ਪ੍ਰਸ਼ਨ ਨੰਬਰ 5, ਮਹਾਰਾਜ ਦੇ ਕਿੱਥੇ ਜਾਣ ਦਾ ਐਲਾਨ ਹੋਇਆ? ਉਸ ਤੋਂ ਬਾਅਦ ਖਾਲੀ ਸਥਾਨ ਭਰੋ। ਬੰਬ ਨੇ ਸੁੰਡ ਵਿੱਚ ਡੈਸ਼ ਪਾਣੀ ਭਰਿਆ। ਮਾਤਾ ਦੀ ਨੇ ਬੰਬ ਨੂੰ 2 ਦਿਨਾਂ ਤੋਂ ਡੈਸ਼ ਦੱਸਿਆ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।